ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਵਿਦੇਸ਼ 'ਚ ਪੜ੍ਹਾਈ ਦਾ ਸੁਪਨਾ ਦੇਖਣ ਵਾਲਿਆਂ ਲਈ ਮਾੜੀ ਖਬਰ। ਅਮਰੀਕਾ ਵੱਲੋਂ 41% F1 ਵੀਜ਼ਾ ਅਰਜ਼ੀਆਂ ਰੱਦ। ਟਰੰਪ ਦਾ ਗੋਲਡਨ ਵੀਜ਼ਾ, ਇੱਕ ਦਿਨ ਵਿੱਚ 1000 ਕਾਰਡ ਵਿਕੇ। ਕੈਨੇਡਾ ਦੇ ਨਵੇਂ ਐਲਾਨ ਦੇ ਨਾਲ ਪੰਜਾਬੀਆਂ ਨੂੰ ਮਿਲੀ ਵੱਡੀ ਰਾਹਤ। ਹੁਣ ਬਾਰਡਰ ਨਹੀਂ ਟੱਪ ਸਕਣਗੇ ਪ੍ਰਵਾਸੀ, ਨਵੀਂ ਸਰਹੱਦੀ ਕੰਧ ਦੀ ਉਸਾਰੀ ਹੋਈ ਸ਼ੁਰੂ। ਗਲਤੀ ਨਾਲ ਲੀਕ ਹੋ ਗਿਆ ਅਮਰੀਕਾ ਦਾ ਪਲਾਨ। ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਪੰਜਾਬੀ ਵਿਦਿਆਰਥਣ ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਬੁਰੀ ਖਬਰ ਹੈ। ਵਿੱਤੀ ਸਾਲ 2023 ਤੇ 24 'ਚ F1 ਵੀਜ਼ਾ ਰੱਦ ਹੋਣ ਦੀ ਦਰ 10 ਸਾਲ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ। ਅਮਰੀਕੀ ਸਰਕਾਰ ਮੁਤਾਬਕ ਇਸ ਸਾਲ 6,79,000 ਅਰਜ਼ੀਆਂ ਵਿੱਚੋਂ 2,79,000 ਨੂੰ ਰੱਦ ਕਰ ਦਿੱਤਾ ਗਿਆ ਹੈ, ਯਾਨੀ ਕਿ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ, ਜੋ ਕਿ ਪਿਛਲੇ ਸਾਲ 36% ਤੋਂ ਘੱਟ ਹੈ। ਹਾਲਾਂਕਿ ਅਮਰੀਕਾ ਨੇ ਦੇਸ਼ਵਾਰ ਵੀਜ਼ਾ ਰੱਦ ਕਰਨ ਦੀਆਂ ਦਰਾਂ ਨੂੰ ਸਾਂਝਾ ਨਹੀਂ ਕੀਤਾ ਹੈ। ਇੱਕ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ 2024 ਦੇ ਪਹਿਲੇ 9 ਮਹੀਨਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਵੀਜ਼ਿਆਂ ਵਿੱਚ 38% ਦੀ ਗਿਰਾਵਟ ਆਈ ਹੈ। 2023 ਵਿੱਚ ਇਸੇ ਮਿਆਦ ਵਿੱਚ 1.3 ਲੱਖ ਭਾਰਤੀ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਿਆ, ਜਦਕਿ 2024 ਵਿੱਚ ਇਹ ਗਿਣਤੀ ਘਟ ਕੇ 64,008 ਰਹਿ ਗਈ। ਜੇਕਰ ਪਿਛਲੇ ਦਹਾਕੇ ਦੇ ਆંકੜਿਆਂ ਤੇ ਨਜ਼ਰ ਮਾਰੀਏ ਤਾਂ 2014 ਤੇ 15 ਚ ਕੁੱਲ 8.54 ਲੱਖ F1 ਵੀਜ਼ਾ ਅਰਜ਼ੀਆਂ ਆਈਆਂ ਸਨ। ਇਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਇਹ ਗਿਣਤੀ ਘਟ ਕੇ 1.62 ਲੱਖ ਰਹਿ ਗਈ। ਮਹਾਮਾਰੀ ਤੋਂ ਬਾਅਦ ਅਰਜ਼ੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ, ਪਰ 2023 ਤੇ 24 ਵਿੱਚ 3% ਦੀ ਗਿਰਾਵਟ ਦੇਖੀ ਗਈ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਸਾਰੇ ਵੀਜ਼ਾ ਫੈਸਲੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਯਾਨੀ INA ਅਤੇ ਸੰਘੀ ਨਿਯਮਾਂ ਅਨੁਸਾਰ ਕੇਸ ਦਰ ਕੇਸ ਦੇ ਆਧਾਰ ਤੇ ਕੀਤੇ ਜਾਂਦੇ ਹਨ। ਹਾਲਾਂਕਿ 2019 ਤੋਂ ਵੀਜ਼ਾ ਡਾਟਾ ਗਣਨਾ ਵਿਧੀ ਵਿੱਚ ਬਦਲਾਅ ਕੀਤੇ ਗਏ ਹਨ, ਜਿਸ ਨਾਲ ਇਹ ਸਮਝਣਾ ਮੁਸ਼ਕਿਲ ਹੋ ਗਿਆ ਹੈ ਕਿ ਵੀਜ਼ਾ ਰੱਦ ਕਰਨ ਵਿੱਚ ਵਾਧੇ ਦਾ ਅਸਲ ਕਾਰਨ ਕੀ ਹੈ। ਸਿਰਫ ਅਮਰੀਕਾ ਹੀ ਨਹੀਂ, ਸਗੋਂ ਹੋਰ ਦੇਸ਼ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਤੇ ਵਿਚਾਰ ਕਰ ਰਹੇ ਹਨ। ਕੈਨੇਡਾ ਨੇ 2024 ਵਿੱਚ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 35% ਘਟਾਉਣ ਦਾ ਐਲਾਨ ਕੀਤਾ। 2025 ਵਿੱਚ ਇਸ ਨੂੰ ਹੋਰ 10% ਤੱਕ ਘਟਾਉਣ ਦੀ ਯੋਜਨਾ ਹੈ। ਬ੍ਰਿਟੇਨ ਨੇ ਵਿਦੇਸ਼ ਵਿਦਿਆਰਥੀਆਂ ਦੇ ਨਿਰਭਰ ਲੋਕਾਂ ਤੇ ਵੀ ਪਾਬੰਦੀਆਂ ਲਗਾਈਆਂ ਹਨ, ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 40% ਦੀ ਗਿਰਾਵਟ ਆਈ ਹੈ। ਹਾਲਾਂਕਿ ਵੀਜ਼ਾ ਰੱਦ ਹੋਣ ਦੇ ਮਾਮਲੇ ਵੱਧ ਰਹੇ ਹਨ। ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਵਜੋਂ ਉੱਭਰ ਰਹੇ ਹਨ। 2023 ਤੇ 24 ਦੇ ਵਿੱਚ ਅਮਰੀਕਾ 'ਚ ਕੁੱਲ 3.31 ਲੱਖ ਭਾਰਤੀ ਵਿਦਿਆਰਥੀ ਸਨ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ 29.4% ਬਣਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਤੋਂ ਵੱਧ ਗਈ ਹੈ। F1 ਵੀਜ਼ਾ ਰੱਦ ਹੋਣ 'ਚ ਵਾਧਾ ਇਹ ਸਪਸ਼ਟ ਕਰਦਾ ਹੈ ਕਿ ਅਮਰੀਕਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਹੁਣ ਹੋਰ ਸਾਵਧਾਨ ਰਹਿਣਾ ਹੋਵੇਗਾ। ਇੱਕ ਮਜ਼ਬੂਤ ਐਕੈਡਮਿਕ ਪ੍ਰੋਫਾਈਲ, ਸਪਸ਼ਟ ਕਰੀਅਰ ਤੇ ਟੀਚਿਆਂ ਅਤੇ ਸਹੀ ਦਸਤਾਵੇਜ਼ਾਂ ਨਾਲ ਅਪਲਾਈ ਕਰਨਾ ਵੀਜ਼ਾ ਪ੍ਰਾਪਤ ਕਰਨ ਦੀਆਂ ਤੁਹਾਡੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਗੋਲਡ ਕਾਰਡ ਜਾਂ ਗੋਲਡਨ ਵੀਜ਼ਾ ਯੋਜਨਾ ਨੂੰ ਲੋਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। इस योजना तहत $5 मिलियन यानी कि लगभग 43 करोड़ रुपए की लागत ते विदेशी नागरिक जो ने अमेरिका विच स्थाई निवास अते विकल्पिक नागरिकता प्राप्त कर सकते ने अते उन्हां नूं इस दा मौका दिता जा रहा है। ट्रंप प्रशासन के एक उच्च अधिकारी ने दावा किया है ये योजना बहुत तेजी नाल लोकां दी पसंद बन रही है अते सिर्फ एक दिन विच 1000 गोल्ड कार्ड विक चुके हैं। अमेरिका के वनस्पति हार्वर्ड ने दसिया कि उन्होंने एक दिन विच
1000 골ਡ ਕਾਰਡ ਵੇਚ ਦਿੱਤੇ, ਜਿਸ ਕਾਰਨ ਸਰਕਾਰ ਨੂੰ $5 ਬਿਲੀਅਨ यानी कि लगभग 43,000 करोड़ रुपए की आमदन हुई है। उधर ही हार्वर्ड ने यह जानकारी ऑल इन पॉडकास्ट विच दी है। ये योजना विदेशी निवेशकों लिए तैयार की गई है, जिस तहत कोई भी व्यक्ति जो निर्धारित रकम दे के एक कार्ड खरीदता है वो अमेरिका विच स्थायी निवास प्राप्त कर सकता है। विशेष गल यह है कि इस कार्ड धारक ਨੂੰ अमरीकी टैक्स प्रणाली का हिस्सा नहीं बनाया जाएगा, यानी जेकर ਉਹ ਵਿਅਕਤੀ अमेरिका तो बाहर किसी होर देश विच आमदन करता है तो उस उत्ते कोई टैक्स नहीं लगेगा। हालांकि जेकर ਉਹ अमेरिका विच रह के आमदन करता है तो उसनू उत्थे ही टैक्स नीति मुताबक टैक्स देना पवेगा। हार्वर्ड ने दस्या कि प्रसिद्ध उद्योगपति एलोन मस्क भी गोल्ड कार्ड योजना लिए सॉफ्टवेयर विकसित कर रहे हैं। उन्होंने कहा कि ये स्कीम अपने शुरुआती पड़ाव ते है, पर सिर्फ कल ही उन्होंने 1000 गोल्ड कार्ड बेचे हैं। 2 हफ्तियां विच ये योजना सरकारी तौर ते शुरू हो जाएगी। उधर ही हार्वर्ड ने कहा कि जेकर मैं अमरीकी नागरिक ना हुंदा अते किसी होर देश विच वसदा ਤਾਂ मैं अपने परिवार ਲਈ एक कार्ड ਜ਼ਰੂਰ पसंद करदा ਅਤੇ ਜ਼ਰੂਰ ਖਰੀਦਦਾ। ਭਵਿੱਖ ਵਿੱਚ ਜੇਕਰ ਕਿਸੇ ਵੀ ਦੇਸ਼ ਵਿੱਚ ਕੋਈ ਸੰਕਟ ਜਾਂ ਐਮਰਜੈਂਸੀ ਆ ਜਾਂਦੀ ਹੈ ਤਾਂ ਇਹ 골ਡ ਕਾਰਡ ਧਾਰਕਾਂ ਨੂੰ ਸਿੱਧਾ ਅਮਰੀਕਾ ਆਉਣ ਦੀ ਸੁਵਿਧਾ ਦੇਵੇਗਾ। ट्रंप सरकार ने हटाई सीमा। इस योजना की वड्डी विशेषता यह भी है कि इस ते कोई उपरी सीमा नहीं होगी, यानी कि जिन्ने भी व्यक्ति चाहते हैं वो गोल्ड कार्ड खरीद सकते हैं। जेकर हर दिन 1000 कार्ड विकन का दर जारी रहता है तो यह स्कीम अमेरिका की अर्थव्यवस्था में एक बड़ा बदलाव लिया सकती है। कैनेडा सरकार के हाल ही विच कीते ऐलान ने भारतीयों खास करके उत्थे रह रहे पंजाबियों नूं वड्डी राहत दी है। ऐलान मुताबक कैनेडा 31 मार्च 2025 ਨੂੰ 2 होम केयर वर्कर इमीग्रेशन पायलट लॉन्च करेगा, जिस नाल देश विच पहला तो मौजूद भारतीय नागरिकों ਨੂੰ देश विच पक्के होने की आग्या मिलेगी। चाइल्ड केयर ਅਤੇ होम सपोर्ट ਲਈ होम केयर वर्कर इमीग्रेशन पायलट हुनरमंद कामिਆਂ ਦੀ मदद करते हैं, जिन्हां कोल इस खेतर विच नौकरी की पेशकश है ਉਹ स्थाई तौर ਤੇ कैनेडा आवास करते हैं। घरेलू देखभाल करन वाले कर्मचारी जिन्हां विच दिव्यांग लोग भी शामिल हैं स्थाई निवास ਲਈ अर्जी दे सकणगे। ਇਹ ऐलान खास करके पंजाबी नौजवानों ਨੂੰ राहत देवेगा। चंगी गल है कि उन्हां ਨੂੰ देश निकाला दिते जाण तो पहला नौकरी ਅਤੇ स्थाई निवास मिल सकता है। शुरू ਵਿੱਚ ਇਹ ਸਕੀਮ ਸਿਰਫ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਕਾਮਿਆਂ ਲਈ ਖੁੱਲੀ ਹੋਵੇਗੀ, ਬਾਅਦ ਵਿੱਚ ਵਿਦੇਸ਼ੀ ਬਿਨੇਕਾਰਾਂ ਲਈ ਇੱਕ ਵੱਖਰੀ ਧਾਰਾ ਹੋਵੇਗੀ। ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2750 ਹੋਮ ਕੇਅਰ ਵਰਕਰ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪਹਿਲਾ ਕਦਮ ਹੈ ਅਤੇ ਇਸ ਦੀ ਗਿਣਤੀ ਬਾਅਦ ਵਿੱਚ ਵਧਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ, ਜਿਨ੍ਹਾਂ ਦੇ ਵੀਜ਼ੇ ਖਤਮ ਹੋਣ ਵਾਲੇ ਹਨ। ਉਹ ਦੁਵਿਧਾ ਦੇ ਵਿੱਚ ਹਨ। ਨਵਾਂ ਪਾਇਲਟ ਘਰੇਲੂ ਦੇਖਭਾਲ ਕਰਮਚਾਰੀਆਂ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ, ਜਿਸ ਨਾਲ ਕੈਨੇਡਾ ਵਿੱਚ ਪਹਿਲਾਂ ਕੰਮ ਦੇ ਤਜਰਬੇ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਹ ਪਿਛਲੇ ਨਿਯਮਾਂ ਤੋਂ ਇੱਕ ਬਦਲਾਅ ਹੈ, ਜਿਸ ਵਿੱਚ ਕਾਮਿਆਂ ਨੂੰ ਯੋਗ ਹੋਣ ਤੋਂ ਪਹਿਲਾਂ ਕੈਨੇਡਾ ਵਿੱਚ ਹੋਣਾ ਜ਼ਰੂਰੀ ਸੀ, ਤਜਰਬਾ ਹਾਸਲ ਕਰਨਾ ਜ਼ਰੂਰੀ ਸੀ। ਨਵੀਨਤਮ ਪ੍ਰੋਗਰਾਮ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਲੋੜੀਂਦੇ ਸਕੋਰ ਬਹੁਤ ਹੀ ਬੁਨਿਆਦੀ ਹਨ। ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਲੋੜੀਂਦਾ ਪੱਧਰ ਸਿਰਫ ਰੋਜ਼ਾਨਾ ਗੱਲਬਾਤ ਵਾਲੀ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਆਇਲਸ ਵਿੱਚ ਘੱਟੋ-ਘੱਟ ਸਕੋਰ ਜ਼ਰੂਰੀ ਹੈ। ਗੈਰ ਕਾਨੂੰਨੀ ਪ੍ਰਵਾਸੀ ਹੁਣ ਡੋਂਕੀ ਲਗਾ ਕੇ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ। ਰਾਸ਼ਟਰਪਤੀ ਟਰੰਪ ਨੇ ਵੱਡਾ ਕਦਮ ਚੁੱਕਿਆ। ਇਸ ਦੇ ਤਹਿਤ ਨਵਾਂ ਬੈਰੀਅਰ ਯੂਮਾ ਨੇੜੇ ਇੱਕ ਦੂਰ ਦਰਾਡੇ ਮਾਰੂਥਲ ਖੇਤਰ ਵਿੱਚ ਲਗਾਇਆ ਜਾ ਰਿਹਾ ਹੈ, ਜਿੱਥੇ ਸਰਹੱਦੀ ਗਸ਼ਤ ਏਜੰਟਾਂ ਦਾ ਵੀ ਕਹਿਣਾ ਹੈ ਕਿ ਉਹ ਨਿਯਮਿਤ ਤੌਰ ਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਧਿਆਨ ਦੇ ਰਹੇ ਹਨ। ਐਰੀਜ਼ੋਨਾ ਮੈਕਸੀਕੋ ਸਰਹੱਦ ਦੇ ਨਾਲ ਨਵੇਂ ਸਰਹੱਦੀ ਕੰਧ ਬਣਾਉਣ ਲਈ ਵੱਡੇ ਪੈਨਲ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿੱਥੇ ਨਵੇਂ 30 ਫੁੱਟ ਪੈਨਲਾਂ ਦੀ ਸਥਾਪਨਾ ਕੀਤੀ ਗਈ ਹੈ, ਜੋ ਬੈਲਟਨ ਤੋਂ 50 ਮੀਲ ਦੱਖਣ ਵਿੱਚ ਇੱਕ ਦੂਰ ਦਰਾਡੇ ਮਾਰੂਥਲ ਖੇਤਰ ਵਿੱਚ ਸ਼ੁਰੂ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਹ 4 ਸਾਲਾਂ ਵਿੱਚ ਇਸ ਖੇਤਰ ਵਿੱਚ ਪਹਿਲੀ ਉਸਾਰੀ ਸ਼ੁਰੂ ਹੋਈ ਹੈ, क्योंकि सारे प्रोजेक्ट साबका राष्ट्रपति जो बाइडन के प्रशासन दौरान रोक दिए गए सन। हुण ट्रंप सरकार की अगे वधन की प्रवानगी नाल बॉर्डर पैट्रोल मुख सरहदी सुरक्षा की पहलकदमियां नूं सख्ती नाल मुड़ शुरू किया जा रहा है।
ਯੂਮਾ ਸੈਕਟਰ ਲਈ ਇਹ ਐਰੀਜ਼ੋਨਾ ਮੈਕਸੀਕੋ ਸਰਹੱਦ ਨਾਲ ਸਰਹੱਦੀ ਪਾੜੇ ਨੂੰ ਭਰਨ ਨਾਲ ਸ਼ੁਰੂ ਹੁੰਦਾ ਹੈ। ਕਿੰਨੇ ਮੀਲ ਪੂਰੇ ਕੀਤੇ ਜਾਣੇ ਹਨ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ, ਪਰ ਯੂਮਾ ਬਾਰਡਰ ਪੈਟਰੋਲ ਦਾ ਉਦੇਸ਼ ਲੰਬੇ ਸਮੇਂ ਤੋਂ ਬਾਈਡਨ ਸਰਕਾਰ ਨੂੰ ਇਨ੍ਹਾਂ ਕਮਜ਼ੋਰ ਪਾੜੇ ਨੂੰ ਬੰਦ ਕਰਨਾ ਟਰੰਪ ਦਾ ਇੱਕ ਪ੍ਰੋਜੈਕਟ ਦੱਸਿਆ ਹੈ, ਜੋ ਅਸਲ ਵਿੱਚ ਪਹਿਲੇ ਟਰੰਪ ਪ੍ਰਸ਼ਾਸਨ ਦੌਰਾਨ ਯੋਜਨਾਬੱਧ ਸੀ, ਪਰ ਹੁਣ ਟਰੰਪ ਸਰਕਾਰ ਆਉਣ ਤੇ ਮੁੜ ਸ਼ੁਰੂ ਕੀਤਾ ਗਿਆ। ਨਵੇਂ ਰਾਸ਼ਟਰਪਤੀ ਟਰੰਪ ਨੇ ਸਾਰੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦੇ ਕਾਰਜਕਾਰੀ ਆਦੇਸ਼ ਦੇ ਕੇ ਡੋਂਕੀ ਲਾਉਣ ਵਾਲੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ਾਸਨਿਕ ਟੀਮ ਵੱਲੋਂ ਇੱਕ ਵੱਡੀ ਗਲਤੀ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਟਰੰਪ ਦੇ ਉੱਚ ਰਾਸ਼ਟਰੀ ਸੁਰੱਖਿਆ ਅਧਿਕਾਰੀ ਨੇ ਕਥਿਤ ਤੌਰ ਤੇ ਯਮਨ ਵਿੱਚ ਹੋਣ ਵਾਲੇ ਅਮਰੀਕੀ ਹਮਲਿਆਂ ਬਾਰੇ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਇੱਕ ਗਰੁੱਪ ਚੈਟ ਵਿੱਚ ਸਾਂਝੀ ਕਰ ਦਿੱਤੀ, ਜਿਸ ਵਿੱਚ ਇੱਕ ਪੱਤਰਕਾਰ ਵੀ ਮੌਜੂਦ ਸੀ। ਇਹ ਜਾਣਕਾਰੀ ਇੱਕ ਅਜਿਹੇ ਸਮੇਂ ਵਿੱਚ ਲੀਕ ਹੋਈ ਹੈ ਜਦੋਂ ਅਮਰੀਕਾ ਨੇ ਯਮਨ ਦੇ ਹੁਤੀ ਬਾਗੀਆਂ ਵਿਰੁੱਧ ਨਵੀਂ ਯੁੱਧ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ। ਦ ਐਟਲਾਂਟਿਕ ਦੇ ਸੰਪਾਦਕ ਨੇ ਦਾਅਵਾ ਕੀਤਾ ਕਿ ਟਰੰਪ ਦੀ ਪ੍ਰਸ਼ਾਸਨਿਕ ਟੀਮ, ਜਿਸ ਵਿੱਚ ਰੱਖਿਆ ਸਕੱਤਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਹਨ, ਉਹਨਾਂ ਨੇ ਗੁਪਤ ਰਣਨੀਤੀ ਦੀ ਜਾਣਕਾਰੀ ਗਲਤੀ ਨਾਲ ਗਰੁੱਪ ਵਿੱਚ ਪਾ ਦਿੱਤੀ। ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਪੁਸ਼ਟੀ ਕੀਤੀ ਹੈ ਕਿ ਇਹ ਜਾਣਕਾਰੀ ਪ੍ਰਮਾਣਿਕ ਹੈ, ਪਰ ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਕਿ ਇਹ ਜਾਣਕਾਰੀ ਵਰਗੀਕ੍ਰਿਤ ਯਾਨੀ ਕਿ ਕਲਾਸੀਫਾਈਡ ਸੀ ਜਾਂ ਨਹੀਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਬਾਅਦ ਵਿੱਚ ਉਹ ਇਸ ਮਾਮਲੇ ਤੇ ਮਜ਼ਾਕ ਕਰਦੇ ਹੋਏ ਵੀ ਦੇਖੇ ਗਏ। ਲੀਕ ਹੋਈ ਜਾਣਕਾਰੀ ਵਿੱਚ ਯਮਨ 'ਚ ਹਮਲਿਆਂ ਦੀ ਯੋਜਨਾ, ਨਿਸ਼ਾਨੇ, ਹਥਿਆਰਾਂ ਦੀ ਤੈਨਾਤੀ ਅਤੇ ਹਮਲੇ ਦੇ ਸਟ੍ਰੈਟੇਜਿਕ ਪਹਿਲੂ ਸ਼ਾਮਲ ਹਨ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਮਾਹਰਾਂ ਨੇ ਚਿੰਤਾ ਜਤਾਈ ਕਿ ਇਹ ਅਮਰੀਕੀ ਯੁੱਧ ਯੋਜਨਾ ਲਈ ਇੱਕ ਵੱਡਾ ਖਤਰਾ ਬਣ ਸਕਦੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਸਿਗਨਲ ਐਪ ਤੇ ਬਣੇ ਗਰੁੱਪ ਚੈਟ ਵਿੱਚ ਇੱਕ ਪੱਤਰਕਾਰ ਦਾ ਨੰਬਰ ਕਿਵੇਂ ਸ਼ਾਮਲ ਹੋ ਗਿਆ। ਇਸ ਗਰੁੱਪ ਵਿੱਚ ਰੱਖਿਆ ਸਕੱਤਰ ਪੀਟ ਹੈਗਸੇਥ, ਉਪ ਰਾਸ਼ਟਰਪਤੀ ਜੇਡੀ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਸ਼ਾਮਲ ਸਨ। ਪੱਤਰਕਾਰ ਨੇ ਦਾਅਵਾ ਕੀਤਾ ਕਿ ਉਹਨੂੰ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਸ ਵੱਲੋਂ ਗਰੁੱਪ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ। ਰੱਖਿਆ ਸਕੱਤਰ ਪੀਟ ਹੈਗਸੇਥ ਨੇ ਪੱਤਰਕਾਰ ਨੂੰ ਨਕਲੀ ਅਤੇ ਧੋਖੇਬਾਜ਼ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਕੋਈ ਵੀ ਜੰਗ ਦੀ ਯੋਜਨਾ ਚੈਟ 'ਚ ਸ਼ੇਅਰ ਨਹੀਂ ਕੀਤੀ ਗਈ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਗਨਲ ਐਪ ਵਰਗੀ ਨਿੱਜੀ ਸੰਚਾਰ ਥੱਲੇ ਆਉਣ ਵਾਲੀ ਐਪਲੀਕੇਸ਼ਨ ਤੇ ਸੰਵੇਦਨਸ਼ੀਲ ਜਾਣਕਾਰੀ ਕਿਉਂ ਚਰਚਾ ਵਿੱਚ ਆਏ। ਵਿਰੋਧੀ ਧਿਰ ਦੀ ਤਿੱਖੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਵਾਈਟ ਹਾਊਸ ਦੀ ਬੁਲਾਰਨ ਕੈਰੋਲੀਨ ਲੈਵਿਟ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੀ ਸੁਰੱਖਿਆ ਟੀਮ ਤੇ ਪੂਰਾ ਭਰੋਸਾ ਹੈ, ਪਰ ਡੈਮੋਕ੍ਰੇਟਸ ਕਾਨੂੰਨ ਸਾਜ਼ਾਂ ਨੇ ਇਸ ਮਾਮਲੇ ਤੇ ਨਿੰਦਾ ਕਰਦੇ ਹੋਏ ਸੈਨੇਟ ਦੇ ਡੈਮੋਕ੍ਰੈਟਿਕ ਆਗੂ ਚੱਕ ਸ਼ੂਮਰ ਵੱਲੋਂ ਤੁਰੰਤ ਜਾਂਚ ਦੀ ਮੰਗ ਕੀਤੀ ਗਈ। ਇਸ ਮਾਮਲੇ ਨੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਯੁੱਧ ਯੋਜਨਾਵਾਂ ਦੀ ਸੁਰੱਖਿਆ ਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਹੁਣ ਵੇਖਣਾ ਇਹ ਰਹੇਗਾ ਕਿ ਇਹ ਜਾਂਚ ਕਿੰਨਾ ਗੰਭੀਰ ਰੁਖ ਅਪਣਾਉਂਦੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਕੈਨੇਡਾ ਦੇ ਕੈਲਗਰੀ ਸਥਿਤ ਬੋ ਵੈਲੀ ਕਾਲਜ ਟ੍ਰੇਨ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ ਤੇ ਇੱਕ ਕੁੜੀ ਨਾਲ ਇੱਕ ਵਿਅਕਤੀ ਹਿੰਸਕ ਤਰੀਕੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਹਾਲਾਂਕਿ ਕਈ ਸੋਸ਼ਲ ਮੀਡੀਆ ਪੋਸਟਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਕੁੜੀ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹ ਭਾਰਤੀ ਮੂਲ ਦੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕਟ ਅਤੇ ਗੂੜੇ ਸਲੇਟੀ ਰੰਗ ਦੀ ਪੈਂਟ ਪਹਿਨੇ ਇੱਕ ਆਦਮੀ, ਜਿਸ ਦੇ ਵੱਲੋਂ ਕੁੜੀ ਤੇ ਹਮਲਾ ਕੀਤਾ ਗਿਆ, ਕੁਝ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਾਂ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਕਿਸੇ ਵੀ ਤਰੀਕੇ ਨਾਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਧੱਕੇਸ਼ਾਹੀ ਕਰਨ ਤੋਂ ਬਾਅਦ ਸ਼ਖਸ ਮੌਕੇ ਤੋਂ ਚਲਾ ਜਾਂਦਾ ਹੈ। ਉਧਰ ਹੀ ਨੇੜੇ ਤੇੜੇ ਮੌਜੂਦ ਲੋਕਾਂ ਵਿੱਚੋਂ ਕੋਈ ਵੀ ਕੁੜੀ ਦੀ ਮਦਦ ਲਈ ਅੱਗੇ ਨਹੀਂ ਆਇਆ। ਹਾਲਾਂਕਿ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਇਆ ਹੈ। ਹੋ ਸਕਦਾ ਹੈ ਕੁਝ ਕੁ ਸਮੇਂ ਬਾਅਦ ਇਸ ਵੀਡੀਓ ਨੂੰ ਲੈ ਕੇ ਪੂਰੀ ਜਾਣਕਾਰੀ ਸਾਹਮਣੇ ਆ ਜਾਵੇ। ਹਾਲੈਂਡ ਦੇ ਮਸ਼ਹੂਰ ਸ਼ਹਿਰ ਵਿੱਚ ਲਗਭਗ 20 ਕਿਲੋਮੀਟਰ ਦੂਰ ਮੋਟਰਵੇ ਉੱਪਰ ਬੀਤੇ ਕੱਲ ਤੜਕੇ 4 ਵਜੇ ਇੱਕ ਫਰੀਜ਼ਰ ਵਾਲੇ ਕੈਂਟਰ ਨਾਲ ਇੱਕ ਹੋਰ ਵਾਹਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭਾਰ ਢੋਣ ਵਾਲੀ ਗੱਡੀ, ਜਿਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਨੌਜਵਾਨ ਪਵਨਜੀਤ ਸਿੰਘ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ,
ਪੁਨੀਤ ਕੁਮਾਰ ਇਸ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ। ਇਹ ਹਾਦਸਾ ਪਵਨਜੀਤ ਦੀ ਲਾਪਰਵਾਹੀ ਕਾਰਨ ਵਾਪਰਿਆ, ਜਿਸ ਨੇ ਹਾਈਵੇ ਤੇ ਅੱਗੇ ਜਾ ਰਹੇ ਫਰੀਜ਼ਰ ਟੱਕਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਅੱਗ ਵਿੱਚ ਸੜ ਗਏ, ਜਦਕਿ ਕੈਂਟਰ ਦਾ ਡਰਾਈਵਰ ਜੋ ਹੈ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਰੋਜ਼ੀ ਰੋਟੀ ਦੀ ਭਾਲ ਵਿੱਚ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਨਾਲ ਪਿੰਡ ਤਰਗੜ ਰਾਮਪੁਰਾ ਵਿੱਚ ਸੋਗ ਦੀ ਲਹਿਰ ਹੈ। ਫਿਲਹਾਲ ਉਸ ਨੂੰ ਗੋਲੀ ਕਿਸ ਤਰ੍ਹਾਂ ਲੱਗੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮ੍ਰਿਤਕ ਨਵਜੋਤ ਸਿੰਘ ਦੀ ਉਮਰ ਤਕਰੀਬਨ 24 ਸਾਲ ਸੀ, ਜੋ ਮਜੀਠਾ ਦੇ ਪਿੰਡ ਤਰਗੜ ਰਾਮਪੁਰਾ ਦਾ ਰਹਿਣ ਵਾਲਾ ਸੀ। ਨਵਜੋਤ ਸਿੰਘ ਕੁਝ ਦੇਰ ਪਹਿਲਾਂ ਹੀ ਰੋਜ਼ੀ ਰੋਟੀ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਨਵਜੋਤ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਣ ਬਾਰੇ ਪਤਾ ਲੱਗਿਆ, ਪਰ ਉਸ ਨੂੰ ਗੋਲੀ ਕਿੰਜ ਤੇ ਕਿਉਂ ਲੱਗੀ, ਇਸ ਬਾਰੇ ਅਜੇ ਤੱਕ ਕੁਝ ਸਪਸ਼ਟ ਨਹੀਂ ਹੋ ਪਾ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਜ਼ੂਏਲਾ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ਤੇ 25% ਟੈਰਿਫ ਲਗਾਉਣ ਦੀ ਯੋਜਨਾ ਬਣਾਈ ਹੈ। 2 ਅਪ੍ਰੈਲ 2025 ਤੋਂ ਲਾਗੂ ਹੋਣ ਵਾਲਾ ਇਹ ਨਵਾਂ ਟੈਕਸ ਭਾਰਤ ਅਤੇ ਚੀਨ ਵਰਗੀਆਂ ਵੱਡੀਆਂ ਅਰਥਵਿਵਸਥਾ ਤੇ ਪ੍ਰਭਾਵ ਪਾ ਸਕਦਾ ਹੈ, ਜਦਕਿ ਵਿਸ਼ਵ ਵਪਾਰ ਵਿੱਚ ਅਣਹੋਂਦੇਪਨ ਨੂੰ ਵਧਾ ਸਕਦਾ ਹੈ। ਟਰੰਪ ਦੀ ਨਵੀਂ ਵਪਾਰਕ ਨੀਤੀ ਜਨਵਰੀ 2025 ਵਿੱਚ ਵਾਈਟ ਹਾਊਸ ਵਾਪਸੀ ਤੋਂ ਬਾਅਦ ਟਰੰਪ ਵਪਾਰਕ ਉਪਾਵਾਂ ਰਾਹੀਂ ਸਹਿਯੋਗੀਆਂ ਅਤੇ ਵਿਰੋਧੀਆਂ ਤੇ ਦਬਾਅ ਬਣਾਉਣ ਦੀ ਨੀਤੀ ਅਪਣਾ ਰਹੇ ਹਨ। ਸੋਮਵਾਰ ਨੂੰ 24 ਮਾਰਚ ਨੂੰ ਜਾਰੀ ਹੁਕਮ ਅਨੁਸਾਰ ਵੈਨਜ਼ੂਏਲਾ ਤੋਂ ਆਯਾਤ ਕੀਤੇ ਜਾਣ ਵਾਲੇ ਤੇਲ ਤੇ 25% ਵਾਧੂ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਟਰੁਥ ਸੋਸ਼ਲ ਤੇ ਲਿਖਿਆ ਕਿ ਵੈਨਜ਼ੂਏਲਾ ਜਾਣਬੁੱਝ ਕੇ ਅਤੇ ਧੋਖੇ ਨਾਲ ਅਪਰਾਧੀਆਂ ਨੂੰ ਅਮਰੀਕਾ ਭੇਜ ਰਿਹਾ ਹੈ, ਜਿਸ ਕਾਰਨ ਇਹ ਕਠੋਰ ਕਾਰਵਾਈ ਲੋੜੀਂਦੀ ਬਣੀ। ਉਹਨਾਂ ਨੇ 2 ਅਪ੍ਰੈਲ ਨੂੰ ਅਮਰੀਕਾ ਦੀ ਆਰਥਿਕ ਮੁਕਤੀ ਦਾ ਦਿਨ ਕਰਾਰ ਦਿੱਤਾ। ਟਰੰਪ ਦੀ ਨੀਤੀ ਦੀ ਮਿਆਦ ਹੁਕਮ ਅਨੁਸਾਰ ਟੈਰਿਫ 1 ਸਾਲ ਤੱਕ ਲਾਗੂ ਰਹੇਗਾ ਜਾਂ ਜਦ ਤੱਕ ਅਮਰੀਕਾ ਇਸ ਨੂੰ ਹਟਾਉਣ ਦਾ ਫੈਸਲਾ ਨਹੀਂ ਕਰ ਲੈਂਦਾ। ਇਹ ਉਸ ਸਮਝੌਤੇ ਤੋਂ ਬਾਅਦ ਆਇਆ ਜਿਸ ਵਿੱਚ ਵੈਨਜ਼ੂਏਲਾ ਨੇ ਦੇਸ਼ ਨਿਕਾਲੇ ਗਏ ਵਿਅਕਤੀਆਂ ਨੂੰ ਵਾਪਸ ਲੈਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ। ਨਤੀਜਾ ਟਰੰਪ ਦੇ ਇਸ ਫੈਸਲੇ ਨਾਲ ਵੈਨਜ਼ੂਏਲਾ ਦੀ ਅਰਥਵਿਵਸਥਾ, ਚੀਨ ਭਾਰਤ ਦੇ ਤੇਲ ਵਪਾਰ ਅਤੇ ਵਿਸ਼ਵ ਭਰ 'ਚ ਤੇਲ ਦੀਆਂ ਕੀਮਤਾਂ ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਅਗਲੇ ਕੁਝ ਹਫ਼ਤਿਆਂ 'ਚ ਅੰਤਰਰਾਸ਼ਟਰੀ ਵਪਾਰ ਮੰਡੀ ਦੀ ਪ੍ਰਤੀਕਿਰਿਆ ਇਹ ਨਿਰਧਾਰਤ ਕਰੇਗੀ ਕਿ ਇਹ ਨੀਤੀ ਕਿੰਨੀ ਪ੍ਰਭਾਵਸ਼ਾਲੀ ਜਾਂ ਵਿਵਾਦਪੂਰਨ ਰਹਿੰਦੀ ਹੈ। ਜਦੋਂ ਦੀ ਯੂਰੋਪੀਅਨ ਯੂਨੀਅਨ ਹੋਂਦ ਵਿੱਚ ਆਈ ਹੈ, ਉਦੋਂ ਤੋਂ ਯੂਰੋਪੀਅਨ ਦੇਸ਼ਾਂ ਵਿੱਚ ਸਾਲ ਦੇ ਮਾਰਚ ਤੇ ਅਕਤੂਬਰ ਮਹੀਨੇ ਸਮਾਂ ਬਦਲਦਾ ਹੈ, ਜਿਸ ਅਨੁਸਾਰ ਇਹਨਾਂ ਦੇਸ਼ਾਂ ਵਿੱਚ ਅਕਤੂਬਰ ਮਹੀਨੇ ਦੇ ਆਖਰੀ ਐਤਵਾਰ ਘੜੀ ਦਾ ਸਮਾਂ ਜੋ ਹੈ 1 ਘੰਟਾ ਪਿੱਛੇ ਤੇ ਮਾਰਚ ਮਹੀਨੇ ਦੇ ਆਖਰੀ ਐਤਵਾਰ ਘੜੀ ਦਾ ਸਮਾਂ 1 ਘੰਟਾ ਅੱਗੇ ਚੱਲ ਜਾਂਦਾ ਹੈ। ਯੂਰਪ ਯੂਨੀਅਨ ਬਣਨ ਤੋਂ ਪਹਿਲਾਂ ਵੀ ਜਰਮਨ, ਫਰਾਂਸ ਤੇ ਕੁਝ ਹੋਰ ਦੇਸ਼ ਸ਼ਾਮਲ ਦੇਸ਼ ਜੋ ਸੀ ਸਾਲ ਵਿੱਚ 2 ਵਾਰ ਸਮਾਂ ਬਦਲਦੇ ਸਨ। ਉਂਝ ਦੁਨੀਆ ਦੇ ਉੱਤਰੀ ਅਮਰੀਕਾ, ਅਫਰੀਕਾ, ਕੈਨੇਡਾ ਦੇ ਕੁਝ ਹਿੱਸੇ ਆਦਿ ਕਈ ਦੇਸ਼ਾਂ ਵਿੱਚ ਸਮਾਂ ਬਦਲ ਦੀ ਪ੍ਰਕਿਰਿਆ ਚੱਲਦੀ ਹੈ, ਪਰ ਯੂਰਪ ਵਿੱਚ ਇਹ ਸਨ 2001 ਤੋਂ ਚੱਲ ਰਿਹਾ ਹੈ, ਜਿਸ ਦਾ ਮੁੱਖ ਮਕਸਦ ਊਰਜਾ ਦੀ ਬਚਤ ਕਰਨਾ ਹੁੰਦਾ ਹੈ। ਜਿਹੜੇ ਲੋਕ ਜ਼ਿਆਦਾ ਸੌਣਾ ਚਾਹੁੰਦੇ ਹਨ, ਉਹਨਾਂ ਦੇ ਸੌਣ ਦਾ ਸਮਾਂ ਖਰਾਬ ਹੋ ਜਾਂਦਾ ਹੈ। ਮਾਹਰਾਂ ਅਨੁਸਾਰ ਸਮੇਂ ਬਦਲਣ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਨੀਂਦ ਅਤੇ ਜਾਗਣ ਦੇ ਸਮੇਂ ਨੂੰ ਨਿਯੰਤਰਿਤ ਕਰਨ ਵਾਲੀ ਸਕੈਂਡਰੀਅਨ ਤਾਲ ਬਦਲ ਜਾਂਦੀ ਹੈ, ਜਿਸ ਨਾਲ ਕਈ ਤਰ੍ਹਾਂ ਦੇ ਨੀਂਦ ਵਿਕਾਰ ਹੋ ਸਕਦੇ ਹਨ, ਜਿਵੇਂ ਪ੍ਰਭਾਵਿਤ ਲੋਕਾਂ ਨੂੰ ਥਕਾਵਟ, ਭਟਕਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ, ਮੂਡ ਵਿੱਚ ਅਚਾਨਕ ਤਬਦੀਲੀਆਂ ਆ ਸਕਦੀਆਂ ਹਨ। ਬੇਸ਼ੱਕ ਯੂਰਪ ਦੇ ਬਾਸ਼ਿੰਦੇ ਇਸ ਪ੍ਰਕਿਰਿਆ ਨਾਲ ਕੁਝ ਦਿਨ ਪਰੇਸ਼ਾਨ ਵੀ ਹੁੰਦੇ ਹਨ, ਪਰ ਪ੍ਰਕਿਰਿਆ ਨਾਲ ਊਰਜਾ ਬਚਤ ਦੇ ਮੱਦੇਨਜ਼ਰ 7 ਮਹੀਨਿਆਂ ਦੇ ਡੇਲਾਈਟ ਸੇਵਿੰਗ ਸਮੇਂ ਮਾਰਚ ਤੋਂ ਅਕਤੂਬਰ ਦੌਰਾਨ ਇਟਲੀ ਦੀ ਬਿਜਲੀ ਪ੍ਰਣਾਲੀ ਦੀ 340 ਮਿਲੀਅਨ ਕਿਲੋਵਾਟ ਦੀ ਬਚਤ ਹੁੰਦੀ ਹੈ, ਜੋ ਕਿ ਲਗਭਗ 130,000 ਪਰਿਵਾਰਾਂ ਦੀ ਔਸਤ ਸਾਲਾਨਾ ਲੋੜ ਨੂੰ ਪੂਰਾ ਕਰ ਸਕਦੀ ਹੈ, ਜਿਸ ਨਾਲ ਕਿ ਸਰਕਾਰੀ ਖਜ਼ਾਨੇ ਨੂੰ 75 ਮਿਲੀਅਨ ਯੂਰੋ ਤੋਂ ਵੱਧ ਦਾ ਲਾਭ ਹੁੰਦਾ ਹੈ। ਡੇਲਾਈਟ ਸੇਵਿੰਗ ਨਿਯਮ ਅਧੀਨ ਐਤਵਾਰ 6 ਅਪ੍ਰੈਲ ਤੋਂ ਆਸਟ੍ਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ 1 ਘੰਟਾ ਪਿੱਛੇ ਹੋ ਜਾਣਗੀਆਂ। ਇਹ ਤਬਦੀਲੀਆਂ ਵਿਕਟੋਰੀਆ, ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਆਸਟ੍ਰੇਲੀਆਈ ਕੈਪੀਟਲ ਟੈਰੀਟਰੀ ਵਿੱਚ ਲਾਗੂ ਹੋਵੇਗੀ, ਜਦਕਿ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਰਨ ਟੈਰੀਟਰੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਡੇਲਾਈਟ ਸੇਵਿੰਗ ਅਧੀਨ ਇਹ ਤਬਦੀਲੀ ਸਾਲ ਵਿੱਚ 2 ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। 6 ਅਪ੍ਰੈਲ ਤੋਂ ਆਸਟ੍ਰੇਲੀਆਈ ਘੜੀਆਂ ਸਵੇਰੇ 3 ਵਜੇ ਤੋਂ 1 ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ਤੇ ਮੁੜ ਦੁਬਾਰਾ 5 ਅਕਤੂਬਰ ਨੂੰ 2025 ਨੂੰ 1 ਘੰਟਾ ਅੱਗੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਿਤ ਰੂਪ ਵਿੱਚ ਚਲਾਉਣ ਅਤੇ ਬਿਜਲੀ ਦੀ ਬਚਤ ਵਿੱਚ ਲਾਹੇਵੰਦ ਸਿੱਧ ਹੁੰਦਾ ਹੈ।
ਇਸ ਤਬਦੀਲੀ ਤੋਂ ਬਾਅਦ ਮੈਲਬੌਰਨ ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ 4.5 ਘੰਟੇ ਦਾ ਫਰਕ ਹੋਵੇਗਾ। ਭਾਰਤ ਤੋਂ ਉਲਟ ਮੌਸਮ ਹੋਣ ਕਾਰਨ ਆਸਟ੍ਰੇਲੀਆ ਵਿੱਚ ਇਸ ਸਮੇਂ ਸਰਦ ਰੁੱਤ ਦਾ ਆਗਾਜ਼ ਹੋ ਰਿਹਾ ਹੈ। ਬ੍ਰਿਟੇਨ ਵਿੱਚ ਅਸਫਲ ਸ਼ਰਨਾਰਥੀਆਂ ਜਿਨ੍ਹਾਂ ਵਿੱਚ ਭਾਰਤ ਤੋਂ ਵੀ ਆਉਣ ਵਾਲੇ ਲੋਕ ਸ਼ਾਮਲ ਹਨ, ਉਹਨਾਂ ਨੂੰ ਪੱਛਮੀ ਬਾਲਕਨ ਅਤੇ ਹੋਰ ਤੀਜੇ ਦੇਸ਼ਾਂ ਦੇ ਪ੍ਰਵਾਸੀ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ, ਜੋ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਦਾ ਹਿੱਸਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਸਰਕਾਰ ਅਲਬਾਨੀਆ, ਸਰਬੀਆ ਅਤੇ ਬੋਸਨੀਆ ਵਰਗੇ ਦੇਸ਼ਾਂ ਵਿੱਚ ਵਾਪਸੀ ਕੇਂਦਰਾਂ ਦੀ ਇੱਕ ਲੜੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਸ਼ਰਨਾਰਥੀਆਂ ਨੂੰ ਨਾਮਨਜ਼ੂਰ ਕੀਤੇ ਜਾਣ ਅਤੇ ਸਾਰੀਆਂ ਅਪੀਲਾਂ ਨੂੰ ਰੱਦ ਕਰਨ ਬਾਅਦ ਭੇਜਿਆ ਜਾਵੇਗਾ। ਭਾਰਤ ਵਰਗੇ ਯੂਕੇ ਦੇ ਕਾਨੂੰਨ ਅਧੀਨ ਸੁਰੱਖਿਆ ਮੰਨੇ ਜਾਂਦੇ ਦੇਸ਼ਾਂ ਤੋਂ ਯਾਨੀ ਕਿ ਭਾਰਤ ਵਰਗੇ ਯੂਕੇ ਦੇ ਕਾਨੂੰਨ ਅਧੀਨ ਸੁਰੱਖਿਅਤ ਮੰਨੇ ਜਾਂਦੇ ਦੇਸ਼ਾਂ ਤੋਂ ਨਾਮਨਜ਼ੂਰ ਸ਼ਰਨਾਰਥੀਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਅਸਥਾਈ ਤੌਰ ਤੇ ਨਜ਼ਰਬੰਦ ਕੀਤਾ ਜਾ ਸਕਦਾ ਹੈ, ਜਦਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾਂਦੇ ਹਨ। ਅਫਗਾਨਿਸਤਾਨ ਵਰਗੇ ਬ੍ਰਿਟੇਨ ਦੇ ਕਾਨੂੰਨ ਤਹਿਤ ਅਸੁਰੱਖਿਅਤ ਮੰਨੇ ਜਾਣ ਵਾਲੇ ਦੇਸ਼ਾਂ ਤੋਂ ਅਸਫਲ ਸ਼ਰਨਾਰਥੀਆਂ ਨੂੰ ਵੀ ਇਨ੍ਹਾਂ ਕੇਂਦਰਾਂ ਵਿੱਚ ਭੇਜਿਆ ਜਾ ਸਕਦਾ ਹੈ। 2024 ਵਿੱਚ 36,816 ਲੋਕ ਛੋਟੀਆਂ ਕਿਸ਼ਤੀਆਂ ਰਾਹੀਂ ਯੂਕੇ ਪਹੁੰਚੇ। ਇਨ੍ਹਾਂ ਵਿੱਚੋਂ 19ਵੀਂ ਸਭ ਤੋਂ ਵੱਡੀ ਗਿਣਤੀ 292 ਭਾਰਤ ਤੋਂ ਆਈ। 2024 ਵਿੱਚ 5,312 ਭਾਰਤੀ ਯੂਕੇ ਵਿੱਚ ਸ਼ਰਨ ਦਾ ਦਾਅਵਾ ਕੀਤਾ। ਪਿਛਲੇ ਹਫ਼ਤੇ ਯੂਰਪੀ ਸੰਘ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਸਟਾਰਮਰ ਦਾ ਹੌਸਲਾ ਵੱਧ ਗਿਆ ਕਿ ਮੈਂਬਰ ਦੇਸ਼ ਨਾ ਮਨਜ਼ੂਰ ਸ਼ਰਨਾਰਥੀਆਂ ਨੂੰ ਰੱਖਣ ਲਈ ਯੂਰਪੀ ਸੰਘ ਤੋਂ ਬਾਹਰ ਵਾਪਸੀ ਕੇਂਦਰ ਸਥਾਪਿਤ ਕਰ ਸਕਦੇ ਹਨ। ਨਿਊਜ਼ੀਲੈਂਡ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ। ਅਧਿਕਾਰੀਆਂ ਅਨੁਸਾਰ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਤੇ ਲੋਕਾਂ ਨੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.7 ਮਾਪੀ ਗਈ। ਹੁਣ ਨਿਊਜ਼ੀਲੈਂਡ ਦੀ ਆਫਤ ਏਜੰਸੀ ਇਸ ਗੱਲ ਦਾ ਮੁਲਾਂਕਣ ਕਰਨ ਵਿੱਚ ਰੁੱਝੀ ਹੋਈ ਹੈ ਕਿ ਸੁਨਾਮੀ ਦਾ ਕੋਈ ਖਤਰਾ ਹੈ ਜਾਂ ਨਹੀਂ। ਇਹ ਧਿਆਨ ਦੇਣ ਯੋਗ ਹੈ ਕਿ ਨਿਊਜ਼ੀਲੈਂਡ ਭੂਚਾਲ ਦੇ ਪੱਖੋਂ ਸਰਗਰਮ ਰਿੰਗ ਆਫ ਫਾਇਰ ਦੇ ਸਥਿਤ ਹੈ। ਰਿੰਗ ਆਫ ਫਾਇਰ ਲਗਭਗ 40,000 ਕਿਲੋਮੀਟਰ ਦਾ ਇੱਕ ਚੱਕਰ ਹੈ। ਇਹ ਜਵਾਲਾਮੁਖੀ ਅਤੇ ਸਮੁੰਦਰੀ ਖੱਡਾਂ ਨਾਲ ਭਰਿਆ ਹੋਇਆ ਹੈ ਜੋ ਪ੍ਰਸ਼ਾਂਤ ਮਹਾਸਾਗਰ ਦੇ ਬਹੁਤ ਸਾਰੇ ਹਿੱਸੇ ਨੂੰ ਘੇਰਦੇ ਹਨ। ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਸਾਊਥਲੈਂਡ ਅਤੇ ਫਿਓਰੋਲੈਂਡ ਖੇਤਰਾਂ ਦੇ ਲੋਕਾਂ ਨੂੰ ਬੀਚਾਂ ਅਤੇ ਸਮੁੰਦਰੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਅਸਾਧਾਰਨ ਸਮੁੰਦਰੀ ਧਾਰਾਵਾਂ ਖਤਰਾ ਪੈਦਾ ਕਰ ਸਕਦੀਆਂ ਹਨ। ਨਿਊਜ਼ੀਲੈਂਡ ਦੇ ਸਰਕਾਰੀ ਭੂਚਾਲ ਨਿਗਰਾਨੀ ਸੰਸਥਾ ਨੇ ਇਸ ਬਾਰੇ ਕਿਹਾ ਹੈ ਕਿ 4,700 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਨਿਊਜ਼ੀਲੈਂਡ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਲੋਕਾਂ ਨੇ ਚੀਜ਼ਾਂ ਦੇ ਡਿੱਗਣ ਅਤੇ ਇਮਾਰਤਾਂ ਦੇ ਹਿੱਲਣ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ। ਨਿਊਜ਼ੀਲੈਂਡ ਹੈਰਾਲਡ ਅਖਬਾਰ ਦੇ ਅਨੁਸਾਰ ਇੱਕ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਕੀਤੀ ਕਿ ਸਾਡੀ ਅਲਮਾਰੀ ਵਿੱਚੋਂ ਚੀਜ਼ਾਂ ਡਿੱਗਣ ਲੱਗ ਪਈਆਂ, ਲੱਕੜ ਦੀ ਮੇਜ਼ ਘੁੰਮਣ ਲੱਗ ਗਈ ਅਤੇ ਉਹਨਾਂ ਦੇ ਅਨੁਸਾਰ ਭੂਚਾਲ ਨਿਊਜ਼ੀਲੈਂਡ ਦੇ ਸਨੇਅਰਸ ਟਾਪੂਆਂ ਤੋਂ ਲਗਭਗ 160 ਕਿਲੋਮੀਟਰ ਉੱਤਰ ਪੱਛਮ ਵਿੱਚ 33 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਲਗਭਗ 10 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਦੂਜੇ ਪਾਸੇ ਆਸਟ੍ਰੇਲੀਆ ਦੇ ਰਾਸ਼ਟਰੀ ਮੌਸਮ ਬਿਊਰੋ ਦਾ ਕਹਿਣਾ ਹੈ ਕਿ ਮੁੱਖ ਭੂਮੀ ਟਾਪੂਆਂ ਅਤੇ ਹੋਰ ਖੇਤਰਾਂ ਵਿੱਚ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਯੂਐਸਏ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।